ਨਿਰਸੰਦੇਹ ਗੁਰਮਤਿ ਸੰਗੀਤ ਦੀ ਜਿਹੜੀ ਅਕਾਦਮਿਕ ਪੁਨਰ ਸੁਰਜੀਤੀ ਹੈ ਉਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਔਰ ਇਹ ਇਕੱਲਾ ਮੈਂ ਮਹਿਸੂਸ ਨਹੀਂ ਸੀ ਕਰਦਾ। ਮੇਰੇ ਤੋਂ ਜਿਹੜੇ ਮੇਰੇ ਸੀਨੀਅਰਸ ਨੇ ਜਾਂ ਮੇਰੇ ਤੋਂ ਜਿਹੜੇ ਪੂਰਵਲੇ ਗੁਰਮਤਿ ਦੇ ਵਿਦਵਾਨ ਨੇ ਜਾਂ ਸਾਡੇ ਸੰਗੀਤ ਦੇ ਖੇਤਰ ਦੇ ਜਿਹੜੇ ਮੇਰੇ ਟੀਚਰ ਸੀ ਜਾਂ ਮੇਰੇ ਗੁਰੂਦੇਵ ਸੀ, ਉਹਨਾਂ ਸਾਰਿਆਂ ਨੇ ਮਹਿਸੂਸ ਕੀਤਾ। ਮੇਰੀ ਮੁਰਾਦ ਹੈ ਕਿ ਅਗਰ ਮੈਂ ਗੱਲ ਕਰਾਂ ਕਿ ਡਾਕਟਰ ਭਾਈ ਚਰਨ ਸਿੰਘ, ਭਾਈ ਵੀਰ ਸਿੰਘ ਜੀ, ਇਹ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਕਿ ਗੁਰਮਤਿ ਸੰਗੀਤ ਦੀ ਇੱਕ ਵੱਖਰੀ ਹੋਂਦ ਹੈ, ਗੁਰੂ ਘਰ ਦੀ ਕੀਰਤਨ ਪਰੰਪਰਾ ਦੀ ਇੱਕ ਵੱਖਰੀ ਹੋਂਦ ਹੈ। ਤਾਂ ਸਾਰਿਆਂ ਨੇ ਹੀ ਇਹ ਮਹਿਸੂਸ ਕੀਤਾ ਹੈ ਕਿ ਗੁਰਮਤਿ ਸੰਗੀਤ ਜਾਂ ਸ਼ਬਦ ਕੀਰਤਨ ਦੀ ਜਿਹੜੀ ਵਿੱਦਿਆ ਹੈ ਉਹ ਇੱਕ ਖਾਸ ਵਿੱਦਿਆ, ਔਰ ਇਸ ਦੀ ਜਿਹੜਾ ਸਿੱਖਣ ਸਿਖਾਉਣ ਦਾ ਜਿਹੜਾ ਢੰਗ ਹੈ ਉਹ ਕੋਈ ਨਾ ਕੋਈ ਸਾਨੂੰ ਸਥਾਪਿਤ ਕਰਨਾ ਚਾਹੀਦਾ। ਔਰ ਉਦੋਂ ਬਾਅਦ ਫਿਰ ਜਦੋਂ ਅਕਾਦਮਿਕ ਤੌਰ 'ਤੇ ਇਹਦੀ ਗੱਲ ਆਈ ਤਾਂ ਜਿੰਨੇ ਵੀ ਸਾਡੇ ਜਿਹੜੇ ਸੰਗੀਤ ਦੇ ਸਾਡੇ ਵਿਦਵਾਨ ਸੀ, ਸਾਡੇ ਮੇਰੇ ਗੁਰੂਦੇਵ ਪ੍ਰੋਫੈਸਰ ਤਾਰਾ ਸਿੰਘ ਜੀ ਜਾਂ ਹੁਣ ਪ੍ਰੋਫੈਸਰ ਕਰਤਾਰ ਸਿੰਘ ਜੀ ਦੀ ਜੇ ਆਪਾਂ ਗੱਲ ਕਰੀਏ, ਤਾਂ ਡਾਕਟਰ ਅਜੀਤ ਸਿੰਘ ਜੀ ਪੈਂਤਲ ਦੀ ਆਪਾਂ ਗੱਲ ਕਰੀਏ, ਤਾਂ ਇਹ ਸਿੰਘ ਬੰਧੂ ਸਰਦਾਰ ਸੁਰਿੰਦਰ ਸਿੰਘ ਜੀ ਦੀ ਗੱਲ ਕਰੀਏ, ਤਾਂ ਇਹ ਸਾਰੇ ਲੋਕਾਂ ਦੇ ਮਨ ਵਿੱਚ ਇਹ ਸੀ ਕਿ ਸਾਡਾ ਜਿਹੜਾ ਗੁਰਮਤਿ ਸੰਗੀਤ ਹੈ ਜਾਂ ਸ਼ਬਦ ਕੀਰਤਨ ਹੈ, ਇਸ ਦੀ ਇੱਕ ਵੱਖਰੀ ਹੋਂਦ ਜਾਂ ਹਸਤੀ ਹੈ, ਤਾਂ ਇਸ ਨੂੰ ਅਕਾਦਮਿਕ ਪੱਧਰ ਉੱਤੇ ਲਾਗੂ ਕਰਨਾ ਚਾਹੀਦਾ। ਪਰ ਉਹੀ ਹੋਇਆ ਕਿ ਬਈ ਸਾਰੇ ਆਪੋ ਆਪਣੇ ਤਰੀਕਿਆਂ ਦੇ ਨਾਲ ਕੰਮ ਕਰਦੇ ਰਹੇ ਔਰ ਫਿਰ ਉਸ ਤੋਂ ਬਾਅਦ ਇਸ ਨੂੰ ਅਕਾਦਮਿਕ ਤੌਰ 'ਤੇ ਸਥਾਪਿਤ ਕਰਨ ਲਈ ਇੱਕ ਜਿਹੜਾ ਹੁਲਾਰਾ ਜਾਂ ਉਤਸ਼ਾਹ ਜਿਹੜਾ ਮਿਲਿਆ, ਉਹ ਸੰਤ ਬਾਬਾ ਸੁੱਚਾ ਸਿੰਘ ਜੀ ਜੋਧੀ ਵਾਲੇ ਜਿਹੜੇ ਨੇ, ਉਹਨਾਂ ਨੇ ਦੂਜੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਚਲਾਈ ਔਰ ਬੜਾ ਵੱਡਾ ਕੰਮ ਕੀਤਾ ਰਾਗ ਨਿਰਣਾਇਕ ਕਮੇਟੀ ਦੇ ਜ਼ਰੀਏ। ਔਰ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗੀ ਰਹੇ ਬੀਬੀ ਜਸਵੀਰ ਕੌਰ ਜੀ ਖਾਲਸਾ। ਤੋਂ ਉਹਨਾਂ ਦੇ ਉਦਮ ਦੇ ਨਾਲ ਸਾਨੂੰ ਇਹ ਇੱਕ ਜਿਹੜਾ ਹੈ ਚਾਂਸ ਮਿਲਿਆ, ਇੱਕ ਜਿਹੜਾ ਹੈ ਸਾਨੂੰ ਅਪਰਚੁਨਿਟੀ ਮਿਲੀ। ਉਹਦੇ ਵਿੱਚੋਂ ਫਿਰ ਗੁਰਮਤਿ ਸੰਗੀਤ ਦੀ ਅਕਾਦਮਿਕ ਸਥਾਪਤੀ ਦਾ ਰਾਹ, ਕਿਉਂਕਿ ਅਸੀਂ ਕਾਫੀ ਦੇਰ ਤੋਂ ਲੱਗੇ ਹੋਏ ਸੀ, ਅਕਾਦਮਿਕ ਤੌਰ 'ਤੇ ਲਾਗੂ ਹੋਣ ਦੇ ਨਾਲ ਗੁਰਮਤਿ ਸੰਗੀਤ ਦੀ ਭਾਰਤੀ ਸੰਗੀਤ ਦੀ ਤੁਲਨਾ ਦੇ ਵਿੱਚ ਵੱਖਰੀ ਜਿਹੜੀ ਹਸਤੀ ਸੀ ਉਹ ਪੂਰਨ ਰੂਪ ਵਿੱਚ ਸਥਾਪਿਤ ਹੋਈ। ਔਰ ਉਸ ਦਾ ਜਿਹੜਾ ਕ੍ਰੈਡਿਟ ਹੈ ਪੰਜਾਬੀ ਯੂਨੀਵਰਸਿਟੀ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵੀ ਜਾਂਦਾ ਹੈ, ਕਿਉਂਕਿ ਦੋਹਾਂ ਯੂਨੀਵਰਸਿਟੀਆਂ ਨੇ ਗੁਰਮਤਿ ਸੰਗੀਤ ਦੀ ਸੁਤੰਤਰ ਹਸਤੀ ਨੂੰ ਤਸਲੀਮ ਕੀਤਾ ਔਰ ਅਕਾਦਮਿਕ ਪੱਧਰ ਉੱਤੇ ਇਸ ਨੂੰ ਇੰਟਰੋਡਿਊਸ ਕਰਨ ਵਿੱਚ ਪਹਿਲ ਕੀਤੀ। ਇਹ ਜਿਹੜੀਆਂ ਪਹਿਲਾਂ ਜਿੰਨੀਆਂ ਵੀ ਵਿੱਦਿਆਵਾਂ ਨੇ ਉਹ ਸਾਰੀਆਂ ਹੀ ਪਹਿਲਾਂ ਗੁਰਮੁਖੀ ਹੁੰਦੀਆਂ ਸੀ, ਠੀਕ ਹੈ। ਉਸੇ ਤਰ੍ਹਾਂ ਹੀ ਜਿੰਨੀ ਸੰਗੀਤ ਵਿੱਦਿਆ ਵੀ ਗੁਰਮੁਖੀ ਵਿੱਦਿਆ ਹੀ ਰਹੀ ਹੈ, ਕਿਉਂਕਿ ਗੁਰਮੁਖ ਤੋਂ ਸਿੱਖਣ ਵਾਲੀ ਵਿੱਦਿਆ ਹੈ, ਸੀਨਾ ਬਸੀਨਾ 101 ਸਿੱਖਣ ਵਾਲੀ ਵਿੱਦਿਆ। ਔਰ ਇਹ ਪਰੰਪਰਾ ਜਿਵੇਂ ਬਾਕੀ ਵਿੱਦਿਆਵਾਂ ਜਿਹੜੀਆਂ ਨੇ ਅਕਾਦਮਿਕ ਤੌਰ 'ਤੇ ਆ ਕੇ ਇੱਕ ਵਿਸ਼ੇ ਵਜੋਂ ਉਹ ਇੰਟਰੋਡਿਊਸ ਹੋਈਆਂ ਔਰ ਉਹਨਾਂ ਨੇ ਵਿਕਾਸ ਕੀਤਾ, ਉਸੇ ਤਰ੍ਹਾਂ ਹੀ ਸੰਗੀਤ ਵਿੱਦਿਆ ਵੀ ਜਿਹੜੀ ਪਹਿਲਾਂ ਰਿਆਸਤਾਂ ਦੇ ਵਿੱਚ ਘਰਾਣਿਆਂ ਵਿੱਚ ਸਿਖਾਈ ਜਾਂਦੀ ਸੀ, ਉਹ ਬਾਅਦ ਵਿੱਚ ਸਾਡੀ ਸਕੂਲੀ ਵਿੱਦਿਆ ਵਿੱਚ ਆ ਗਈ। ਸੰਗੀਤ ਵਿੱਦਿਆ ਦੀ ਅਗਰ ਮੈਂ ਗੱਲ ਕਰਾਂ ਤਾਂ ਸਾਡੇ ਜਿਹੜੇ 19ਵੀਂ ਸਦੀ ਵਿੱਚ 19 ਤੇ 20ਵੀਂ ਸਦੀ ਵਿੱਚ ਪੰਡਿਤ ਵਿਸ਼ਨੂੰ ਨਾਰਾਇਣ ਭਾਤਖੰਡੇ, ਪੰਡਿਤ ਵਿਸ਼ਨੂੰ ਦਿਗੰਬਰ ਪੁਰਸਕਾਰ, ਇਹਨਾਂ ਸਾਰਿਆਂ ਨੇ ਯਤਨ ਕੀਤੇ ਕਿ ਇੱਕ ਸਿਸਟਮ ਹੋਣਾ ਚਾਹੀਦਾ, ਕਰਿਕੂਲਮ ਹੋਣਾ ਚਾਹੀਦਾ, ਸਿਲੇਬਸ ਹੋਣੇ ਚਾਹੀਦੇ ਨੇ, ਇੰਸਟੀਟਿਊਸ਼ਨ ਹੋਣੇ ਚਾਹੀਦੇ ਨੇ, ਸੰਮੇਲਨ ਹੋਣੇ ਚਾਹੀਦੇ ਨੇ, ਉਹਨਾਂ ਵਿੱਚ ਸੰਗੀਤ ਵਿੱਦਿਆ ਦਿੱਤੀ ਜਾਣੀ ਚਾਹੀਦੀ ਹੈ। ਫਿਰ ਸਕੂਲ ਕਾਲਜਸ ਜਦੋਂ ਇਹ ਵਿੱਦਿਆ ਆ ਗਈ ਤਾਂ ਫਿਰ ਉੱਥੇ ਸੰਗੀਤ ਵਿੱਦਿਆ ਪੜ੍ਹਾਈ ਜਾਣ ਲੱਗ ਪਈ। ਉਸੇ ਤਰ੍ਹਾਂ ਹੀ ਜਿਹੜੀ ਗੁਰਮਤਿ ਸੰਗੀਤ ਜਾਂ ਸ਼ਬਦ ਕੀਰਤਨ ਦੀ ਵਿੱਦਿਆ ਹੈ, ਪਹਿਲਾਂ ਗੁਰਦੁਆਰਿਆਂ ਦਾ ਇੱਕ ਅਨਿੱਖੜੰਗ ਤਾਂ ਹੈ ਹੀ ਹੈ, ਤਾਂ ਉੱਥੇ ਗੁਰਦੁਆਰਿਆਂ ਵਿੱਚ ਜਿਵੇਂ ਪਹਿਲਾਂ ਗੁਰਮੁਖੀ ਸਿਖਾਈ ਜਾਂਦੀ ਸੀ ਔਰ ਉਸੇ ਤਰ੍ਹਾਂ ਹੀ ਕੀਰਤਨ ਔਰ ਗੁਰਮਤਿ ਦੀ ਵਿੱਦਿਆ ਵੀ ਦਿੱਤੀ ਜਾਂਦੀ ਸੀ। ਬਾਅਦ ਵਿੱਚ ਉਹ ਗੁਰਮੁਖੀ ਪੰਜਾਬੀ ਦੀ ਟੀਚਿੰਗ ਜਿਹੜੀ ਹੈ ਗੁਰਮੁਖੀ ਦੀ ਸਕੂਲਾਂ ਵਿੱਚ ਪੜ੍ਹਾਈ ਜਾਣ ਲੱਗ ਪਈ ਔਰ ਫਿਰ ਕਾਲਜਸ ਵਿੱਚ ਔਰ ਯੂਨੀਵਰਸਿਟੀ ਤੱਕ ਉਹ ਸਬਜੈਕਟ ਹੋ ਗਿਆ। ਉਹ ਉਸੇ ਪੈਟਰਨ ਦੇ ਉੱਤੇ ਸਾਡਾ ਜਿਹੜਾ ਗੁਰਮਤਿ ਸੰਗੀਤ ਹੈ, ਉਹ ਸ਼ਬਦ ਕੀਰਤਨ ਦੀ ਜਿਹੜੀ ਵਿੱਦਿਆ ਹੈ, ਸ਼ਬਦ ਕੀਰਤਨ ਗੁਰਦੁਆਰਿਆਂ ਦੇ ਵਿੱਚ ਜਦੋਂ ਅਸੀਂ ਕੀਰਤਨ ਕਰਦੇ ਹਾਂ ਤਾਂ ਉਹ ਪ੍ਰੈਕਟਿਸ ਵੱਖਰੀ ਹੈ ਔਰ ਉਹਦੇ ਨਾਲ ਉਸ ਨੂੰ ਇੱਕ ਆਰਟ ਵਜੋਂ ਐਜ਼ ਸਪਿਰਿਚੁਅਲ ਕਮਿਊਨੀਕੇਸ਼ਨ ਦੇ ਇੱਕ ਆਰਟ ਦੇ ਤੌਰ 'ਤੇ ਸ਼ਬਦ ਕੀਰਤਨ ਨੂੰ ਜਦੋਂ ਅਸੀਂ ਲੈਂਦੇ ਹਾਂ, ਇੱਕ ਵਿੱਦਿਆ ਦੇ ਤੌਰ 'ਤੇ ਲੈਂਦੇ ਹਾਂ, ਤਾਂ ਅਸੀਂ ਉਸ ਨੂੰ ਇੱਕ ਸੰਗੀਤ ਦੀ ਵਿੱਦਿਆ ਦੇ ਤੌਰ 'ਤੇ, ਇੱਕ ਰੂਹਾਨੀ ਸੰਗੀਤ ਦੀ ਵਿੱਦਿਆ ਦੇ ਤੌਰ 'ਤੇ, ਅਕਾਦਮਿਕ ਤੌਰ 'ਤੇ ਸਿੱਖਣਾ ਸਿਖਾਉਣਾ ਸ਼ੁਰੂ ਕੀਤਾ। ਇਹ ਠੀਕ ਹੈ ਕਿ ਜਿਹੜਾ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਸਿੱਖਣ ਸਿਖਾਉਣ ਦਾ ਜਿਹੜਾ ਤਰੀਕਾ ਹੈ ਉਹ ਵੱਖਰਾ ਹੁੰਦਾ ਹੈ, ਪਰ ਉਹ ਸਾਰਿਆਂ ਲਈ ਸਾਂਝਾ ਹੁੰਦਾ। ਉਹ ਇਹ ਨਹੀਂ ਹੁੰਦਾ ਕਿ ਇੱਕ ਗੁਰੂ ਇੱਕ ਸ਼ਿਸ਼ ਨੂੰ ਲੈ ਕੇ ਬੈਠਾ, ਗੁਰੂ ਨੇ ਸ਼ਿਸ਼ ਚੁਣ ਲਿਆ ਅਤੇ ਸ਼ਿਸ਼ ਨੇ ਗੁਰੂ ਚੁਣ ਲਿਆ ਅਤੇ ਉਹ ਆਪਸ ਵਿੱਚ ਇੱਕ ਦੂਜੇ ਨੂੰ ਸਿਖਾਏਗੇ ਅਤੇ ਬਾਕੀ ਜਿਹੜੇ ਜਨਤਾ ਹੈ ਜਿਹੜੀ ਸਿੱਖਣਾ ਚਾਹੁੰਦੀ ਹੈ ਜਾਂ ਲੋਕ ਸਿੱਖਣਾ ਚਾਹੁੰਦੇ ਨੇ ਜਾਂ ਆਮ ਜਨ ਸਧਾਰਨ ਸਿੱਖਣਾ ਚਾਹੁੰਦਾ ਹੈ, ਉਹ ਉਸ ਤੋਂ ਵਾਂਝਾ ਰਹੇ। ਜਦੋਂ ਤੱਕ ਸਾਡੀ ਤੁੱਛ ਜਿਹੜੀ ਸੇਵਾ ਹੈ ਉਹ ਇਹ ਹੈ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਦੋਂ ਗੁਰਮਤਿ ਸੰਗੀਤ ਡਿਪਾਰਟਮੈਂਟ ਅਸੀਂ ਬਣਾਇਆ, ਗੁਰਮਤਿ ਸੰਗੀਤ ਚੇਅਰ ਜਿਹੜੀ ਸੀ 2003 ਦੇ ਵਿੱਚ ਬੀਬੀ ਜਸਵੀਰ ਕੌਰ ਜੀ ਖਾਲਸਾ ਔਰ ਗੁਰਮਤਿ
ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਦੀ ਉਦਮ ਦੇ ਨਾਲ 2003 ਵਿੱਚ ਸਥਾਪਿਤ ਕੀਤੀ, ਵਾਈਸ ਚਾਂਸਲਰ ਸਰਦਾਰ ਸਵਰਨ ਸਿੰਘ ਬੋਪਾਰਾ ਉਹਨਾਂ ਦੇ ਟਾਈਮ ਦੇ ਵਿੱਚ। ਤਾਂ ਉਸ ਵੇਲੇ ਸਾਡੇ ਸਾਹਮਣੇ ਸਭ ਤੋਂ ਪਹਿਲਾ ਸਵਾਲ ਇਹ ਸੀ ਕਿ ਮਰਦਾਨੇ ਦੀ ਰਬਾਬ ਕਿੱਥੇ ਗਈ, ਰਬਾਬ ਦੀ ਪੁਨਰ ਸੁਰਜੀਤੀ ਦੀ। ਸੋ ਉਸ ਲਈ ਰਬਾਬ ਦੀ ਪੁਨਰ ਸੁਰਜੀਤੀ ਅਸੀਂ ਕਰਨ ਦੇ ਲਈ ਰਬਾਬ ਦਾ ਜਿਹੜਾ ਸਿੱਖ ਸੰਸਕਰਣ ਹੈ ਵੀ ਸਿੱਖਾਂ ਦੇ ਸਿੱਖ ਸੰਗੀਤ ਵਿੱਚ ਕਿਹੜਾ ਰਬਾਬ ਪ੍ਰਚਲਿਤ ਸੀ, ਉਸ 'ਤੇ ਖੋਜ ਕਰਵਾਈ, ਉਸ ਦੀ ਘਾੜਤ ਕਢਵਾਈ, ਉਸ ਦਾ ਇੱਕ ਵਰਜ਼ਨ ਜਿਹੜਾ ਸਟੂਡੈਂਟ ਵਰਜ਼ਨ ਹੈ ਉਹ ਤਿਆਰ ਕਰਵਾਇਆ, ਵੱਖ-ਵੱਖ ਰਬਾਬਾਂ ਵਾਲਿਆਂ ਨੂੰ ਬੁਲਾ ਕੇ ਉਹਦੀ ਸਿਖਲਾਈ ਕਰਵਾਈ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਔਰ ਫਿਰ ਉਹਦੇ ਵਿੱਚੋਂ ਅਸੀਂ ਤੰਤੀ ਸਾਜ਼ ਦੂਸਰੇ ਵੀ ਸਿਖਾਏ। ਔਰ ਫਿਰ ਮੈਨੂੰ ਯਾਦ ਹੈ ਕਿ ਅਸੀਂ ਗੁਰਮਤਿ ਸੰਗੀਤ ਪ੍ਰਤੀਯੋਗਤਾ ਕਰਦੇ ਹੁੰਦੇ ਸੀ ਔਰ ਉਸ ਵਿੱਚ ਸਾਡੇ 25-30 ਵਿਦਿਆਰਥੀਆਂ ਨੇ ਇਕੱਠੇ ਇੱਕ ਸਾਜ਼ੀਨਾ ਵਜਾਇਆ, ਗੁਰਮਤਿ ਸੰਗੀਤ ਸਾਜ਼ੀਨਾ। ਤੰਤੀ ਸਾਜ਼ਾਂ ਦੇ ਨਾਲ ਇੱਕ ਵੱਡੀ ਧੁਨ ਦਾ ਵਾਦਨ ਕੀਤਾ ਔਰ ਉਸ ਵਿੱਚ ਸਾਡੇ ਜਿਹੜੇ ਉਸ ਵੇਲੇ ਦੇ ਵਾਈਸ ਚਾਂਸਲਰ ਸਾਡੇ ਮੇਰੇ ਪਰਮ ਸਤਿਕਾਰਯੋਗ ਮੇਰੇ ਵੀਰ ਡਾਕਟਰ ਜਸਪਾਲ ਸਿੰਘ ਜੀ ਉਹ ਸੀ, ਔਰ ਜਥੇਦਾਰ ਅਵਤਾਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ, ਬੀਬੀ ਜਸਵੀਰ ਕੌਰ ਖਾਲਸਾ ਜੀ, ਪ੍ਰੋਫੈਸਰ ਕਰਤਾਰ ਸਿੰਘ ਜੀ, ਸਾਰੇ ਬੈਠੇ ਸੀ। ਔਰ ਬੱਚਿਆਂ ਨੇ ਇੰਨਾ ਅੱਛਾ ਉਹ ਵਾਦਨ ਕੀਤਾ, ਸਾਰੇ ਬਹੁਤ ਪ੍ਰਸੰਨ ਹੋਏ ਕਿ ਸਦੀਆਂ ਬਾਅਦ ਜਿਹੜੇ ਸਾਜ਼ ਅਲੋਪ ਹੋ ਚੁੱਕੇ ਸੀ, ਜਿਨ੍ਹਾਂ ਨੂੰ ਕੀਰਤਨੀਏ ਵੀ ਭੁੱਲ ਚੁੱਕੇ ਸੀ, ਦਰਬਾਰ ਸਾਹਿਬ ਤੋਂ ਪਰੰਪਰਾ ਹੈ ਹੀ ਨਹੀਂ, ਤਾਂ ਇਹ ਵਿਦਿਆਰਥੀਆਂ ਨੇ, ਕੱਲ੍ਹ ਦੇ ਵਿਦਿਆਰਥੀਆਂ ਨੇ ਇੰਨਾ ਅੱਛਾ ਵਾਦਨ ਕੀਤਾ ਔਰ ਅਸੀਂ ਨਵੀਂ ਜਨਰੇਸ਼ਨ ਨੂੰ ਇਸ ਪਰੰਪਰਾ ਨਾਲ ਜੋੜਨ ਵਿੱਚ ਕਾਮਯਾਬ ਰਹੇ। ਕਿਉਂ ਨਾ ਇਸ ਪਰੰਪਰਾ ਨੂੰ ਦਰਬਾਰ ਸਾਹਿਬ ਤੋਂ ਅਸੀਂ ਪੁਨਰ ਉਸ ਨੂੰ ਲਾਗੂ ਕਰੀਏ। ਤੋ ਉੱਥੇ ਹੀ ਜਥੇਦਾਰ ਅਵਤਾਰ ਸਿੰਘ ਹੋਰਾਂ ਨੇ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਔਰ ਮੈਨੂੰ ਕਿਹਾ ਕਿ ਵੀ ਤੁਸੀਂ ਉੱਥੇ ਆ ਕੇ ਦਰਬਾਰ ਸਾਹਿਬ ਆਪ ਕੀਰਤਨ ਕਰੋ ਔਰ ਮੈਂ ਇਸ ਨੂੰ ਪੁਨਰ ਜਿਹੜਾ ਲਾਗੂ ਉੱਥੇ ਕਰਨਾ ਚਾਹੁੰਦਾ ਤਾਂ ਕਿ ਤੰਤੀ ਸਾਜ਼ਾਂ ਨਾਲ ਉੱਥੇ ਕੀਰਤਨ ਮੁੜ ਕੇ ਸ਼ੁਰੂ ਹੋ ਸਕੇ। ਤੋ ਸਮੇਂ-ਸਮੇਂ ਇਹ ਐਫਰਟ ਹੁੰਦੇ ਰਹੇ ਨੇ। ਉਦੋਂ ਫਿਰ ਅਸੀਂ 2006 ਦੇ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਜੀ ਔਰ ਅਸੀਂ ਆਪਣੇ ਸਟੂਡੈਂਟ ਲੈ ਕੇ ਗਏ ਔਰ ਪ੍ਰੋਫੈਸਰ ਕਰਤਾਰ ਸਿੰਘ ਜੀ ਆਪਣੇ ਵਿਦਿਆਰਥੀ ਲੈ ਕੇ ਆਏ ਔਰ ਅਸੀਂ ਦੋਹਾਂ ਨੇ ਉੱਥੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਕੇ ਇਸ ਨੂੰ ਪੁਨਰ ਲਾਗੂ, ਇਹ ਪੁਨਰ ਜਿਹੜਾ ਹੈ ਇਹਦਾ ਆਰੰਭ ਉੱਥੇ ਹੋਇਆ। ਉਸ ਨਾਲ ਕੀ ਹੋਇਆ ਕਿ ਸਾਡੇ ਜਥੇਦਾਰ ਅਵਤਾਰ ਸਿੰਘ ਹੋਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਕੋਈ 15 ਤੋਂ 20 ਦੇ ਕਰੀਬ ਜਿਹੜੇ ਸਾਡੇ ਤੰਤੀ ਸਾਜ਼ ਸੀ, ਪ੍ਰੋਫੈਸਰ ਕਰਤਾਰ ਸਿੰਘ ਜੀ ਔਰ ਸਾਡੇ ਪੰਜਾਬੀ ਯੂਨੀਵਰਸਿਟੀ ਦੇ, ਉਹਨਾਂ ਨੂੰ ਉੱਥੇ ਉਹਨਾਂ ਨੇ ਨਿਯੁਕਤ ਕਰ ਲਿਆ ਔਰ ਇਹ ਪਰੰਪਰਾ ਬਣ ਗਈ ਕਿ ਜਿਹੜਾ ਲਾਈਵ ਕੀਰਤਨ ਹੈ ਉਸ ਵਿੱਚ ਜਿਹੜਾ ਚੌਥਾ ਕੀਰਤਨੀਆ ਹੈ ਉਹ ਤੰਤੀ ਸਾਜ਼ ਵਾਲਾ ਹੋਇਆ ਕਰੇਗਾ। ਔਰ ਫਿਰ ਉਹਨਾਂ ਦੀ ਟ੍ਰੇਨਿੰਗ ਦਾ ਜਿਹੜਾ ਸਿਲਸਿਲਾ ਹੈ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਕੀਤਾ ਗਿਆ। ਹੋਰ ਵੀ ਜੇ ਕੋਈ ਸਿੱਖਣਾ ਚਾਹੁੰਦਾ ਸੀ ਤਾਂ ਅਸੀਂ ਉਹਨਾਂ ਨੂੰ ਇੱਥੇ ਜਿਹੜੀ ਹੈ ਫ੍ਰੀ ਸਿਖਲਾਈ ਵੀ ਦਿੰਦੇ ਸੀ, ਆਪਣੇ ਕੋਲ ਰੱਖਦੇ ਵੀ ਸੀ ਤਾਂ ਕਿ ਉਹ ਸਿੱਖ ਸਕਣ ਤੰਤੀ ਸਾਜ਼। ਔਰ ਦਰਬਾਰ ਸਾਹਿਬ ਉਹਨਾਂ ਦੀ ਭਰਤੀ ਦਾ ਇੰਤਜ਼ਾਮ ਤਾਂ ਹੋ ਹੀ ਗਿਆ ਸੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਆਫਰ ਕੀਤੀ ਕਿ ਬਲੈਂਕ ਚੈੱਕ ਦਿੱਤਾ ਕਿ ਜਿਹਨੂੰ ਮਰਜ਼ੀ ਤੁਸੀਂ ਭੇਜੋ ਪਰ ਉਹਨੂੰ ਤੰਤੀ ਸਾਜ਼ ਵਜਾਉਣਾ ਆਉਣਾ ਚਾਹੀਦਾ। ਔਰ ਸਾਨੂੰ ਬੜੀ ਖੁਸ਼ੀ ਹੈ ਕਿ ਬਹੁਤ ਸਾਰੇ ਸਾਡੇ ਜਿਹੜੇ ਨਵੇਂ ਵਿਦਿਆਰਥੀ ਨੇ ਉਹ ਆਏ ਸਾਡੇ ਕੋਲ ਸਿੱਖਣ ਲਈ। ਔਰ ਨਾ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਗੁਰੂ ਘਰਾਂ ਦੇ ਵਿੱਚ ਵੀ, ਦੇਸ਼ ਵਿਦੇਸ਼ ਦੇ ਵਿੱਚ ਵੀ ਪਹਿਲਾਂ 3 ਕੀਰਤਨੀਏ ਹੁੰਦੇ ਸੀ, ਫਿਰ 4 ਕੀਰਤਨੀਏ ਹੋ ਗਏ ਔਰ ਉਹਦੇ ਨਾਲ ਜਿੱਥੇ ਕੀਰਤਨੀਆਂ ਦੀ ਗਿਣਤੀ ਵਧੀ ਉੱਥੇ ਨਾਲ ਹੀ ਇੱਕ ਤੰਤੀ ਸਾਜ਼ ਵਾਦਕ ਨੌਜਵਾਨ ਜਿਹੜਾ ਹੈ ਉਹ ਸਿੱਖੀ ਵੱਲ ਵੀ, ਗੁਰਮਤਿ ਸੰਗੀਤ ਵੱਲ ਵੀ, ਤੰਤੀ ਸਾਜ਼ਾਂ ਵੱਲ ਵੀ ਜਿਹੜਾ ਹੈ ਜੁੜਿਆ, ਆਕਰਸ਼ਿਤ ਹੋਇਆ ਔਰ ਉਹਨੂੰ ਇੱਕ ਜਿਹੜਾ ਹੈ ਜੌਬ ਵੀ ਮਿਲੀ, ਪਲੇਸਮੈਂਟ ਵੀ ਮਿਲੀ। ਤਾਂ ਉਹਦੇ ਨਾਲ ਦਰਬਾਰ ਸਾਹਿਬ ਤੋਂ ਇਹ ਪਰੰਪਰਾ ਸ਼ੁਰੂ ਹੋ ਗਈ। ਹੁਣ ਅੱਗੇ ਮੁੱਦਾ ਇਹ ਆਉਂਦਾ ਕਿ ਉਸ ਤੋਂ ਬਾਅਦ ਵੀ ਕਈਆਂ ਨੇ ਐਫਰਟ ਕੀਤੇ ਨੇ। ਸਾਡੇ ਹੁਣ ਦੇ ਜਿਹੜੇ ਜਥੇਦਾਰ ਨੇ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਪਿੱਛੇ ਜੇ ਬੜਾ ਅੱਛਾ ਉਦਮ ਕੀਤਾ ਕਿ ਉਹਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਤੋਂ ਅਸੀਂ ਮੁੜ ਕੇ ਤੰਤੀ ਸਾਜ਼ਾਂ ਦੀ ਜਿਹੜੀ ਤੰਤੀ ਸਾਜ਼ਾਂ ਦੀ ਪਰੰਪਰਾ ਹੈ ਉਸ ਨੂੰ ਅਸੀਂ ਲਾਗੂ ਕਰਾਂਗੇ। ਉਹਨਾਂ ਨੇ ਕਿਹਾ ਸੀ ਕਿ ਅਸੀਂ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਲਾਗੂ ਕਰਾਂਗੇ, ਹਾਰਮੋਨੀਅਮ ਨੂੰ ਅਸੀਂ ਬੰਦ ਕਰਾਂਗੇ। ਤਾਂ ਉਹਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਹਾਰਮੋਨੀਅਮ ਨੂੰ ਬਿਲਕੁਲ ਬੰਦ ਕਰ ਦੇਣਾ ਜਾਂ ਕੋਈ ਐਸਾ ਅਸੀਂ ਫਰਮਾਨ ਜਾਰੀ ਕਰ ਦਿੱਤਾ। ਉਹਨਾਂ ਨੇ ਤਾਂ ਇੱਕ ਉਤਸ਼ਾਹ ਵਿੱਚ ਆ ਕੇ ਇੱਕ ਬਹੁਤ ਵਧੀਆ ਸੁਝਾਅ ਦਿੱਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨਹੀਂ ਔਰ ਹੋਣਾ ਵੀ ਚਾਹੀਦਾ ਇਹਨਾਂ ਤੰਤੀ ਸਾਜ਼ਾਂ ਦੇ ਨਾਲ। ਔਰ ਪਰ ਉਹਦੇ 'ਚ ਜਿਹੜਾ ਸਾਡੀ ਇੱਕ ਬੜੀ ਵੱਡੀ ਸਮੱਸਿਆ ਹੈ ਕਿ ਸਾਡੀਆਂ ਜਿਹੜੀਆਂ ਕੀਰਤਨ ਦੀਆਂ ਸੰਸਥਾਵਾਂ ਨੇ, ਮਿਸ਼ਨਰੀ ਕਾਲਜਿਸ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹੋਰ ਜਿੰਨੀਆਂ ਸੰਸਥਾਵਾਂ ਨੇ, ਉਹਨਾਂ ਵਿੱਚ ਅਸੀਂ ਪੂਰਨ ਰੂਪ ਦੇ ਵਿੱਚ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਸਿਖਲਾਈ ਨਹੀਂ ਦੇ ਰਹੇ। ਈਵਨ ਕਿ ਜੇ ਤੁਸੀਂ ਬਾਹਰ ਵੀ ਦੇਖਦੇ ਹੋ ਤਾਂ ਬਹੁਤ ਸਾਰੇ ਜ਼ਿਆਦਾ ਜਿਹੜੇ ਕੀਰਤਨੀਏ ਨੇ ਹਾਰਮੋਨੀਅਮ ਨਾਲ ਉਹ ਕਰ ਰਹੇ ਨੇ। ਔਰ ਹਾਰਮੋਨੀਅਮ ਇਸ ਵੇਲੇ ਇੱਕ ਕਿਸਮ ਦਾ ਅਨਿੱਖੜ ਅੰਗ ਬਣ ਚੁੱਕਿਆ। ਇਹਨੂੰ ਹਟਾਉਣਾ ਕਿਉਂ ਹੈ ਅਤੇ ਤੰਤੀ ਸਾਜ਼ਾਂ ਨੂੰ ਲਾਉਣਾ ਕਿਉਂ ਹੈ, ਵੱਖਰਾ ਇੱਕ ਬੜਾ ਵੱਡਾ ਵਿਸ਼ਾ ਹੈ।
ਔਰ ਉਸ ਨੂੰ ਲਾਉਣ ਦਾ ਕੀ ਢੰਗ ਹੋਵੇ, ਕਿਸ ਤਰ੍ਹਾਂ ਅਸੀਂ ਉਸ ਨੂੰ ਪੁਨਰ ਸੁਰਜੀਤ ਕਰ ਸਕਦੇ ਹਾਂ, ਇਹ ਇੱਕ ਬੜਾ ਵੱਡਾ ਵਿਸ਼ਾ ਹੈ ਔਰ ਇਹ ਪੇਚੀਦਾ ਵਿਸ਼ਾ ਵੀ ਹੈ ਔਰ ਇਸ 'ਤੇ ਗੱਲਬਾਤ ਵੀ ਹੋਣੀ ਚਾਹੀਦੀ ਹੈ ਔਰ ਐਫਰਟ ਵੀ ਹੋਣੇ ਚਾਹੀਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਸ ਦਾ ਸਵਾਗਤ ਕੀਤਾ। ਉਹਨਾਂ ਨੇ ਵੀ ਕਿਹਾ ਕਿ ਅਸੀਂ ਇਸ ਨੂੰ ਕਰਾਂਗੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਅਸੀਂ ਇਸ ਨੂੰ ਲਾਗੂ ਕਰਾਂਗੇ। ਨਿਰਸੰਦੇਹ ਬੜਾ ਇਹ ਐਲਾਨ ਬਹੁਤ ਅੱਛਾ ਸੀ ਔਰ ਹੋਣਾ ਵੀ ਚਾਹੀਦਾ ਔਰ ਇਹਨੂੰ ਇੰਪਲੀਮੈਂਟ ਕਰਨ ਲਈ ਐਫਰਟ ਵੀ ਕਰਨੇ ਚਾਹੀਦੇ ਨੇ। ਮੈਂ ਆਪ ਵੀ ਅਪਰੋਚ ਕਰਾਂਗਾ ਕਿ ਉਹਨਾਂ ਕੀਰਤਨੀਆਂ ਵਿੱਚੋਂ ਜਿਹੜੇ ਕੀਰਤਨੀਏ ਤੰਤੀ ਸਾਜ਼ ਨਾਲ ਕੀਰਤਨ ਕਰਨਾ ਚਾਹੁੰਦੇ ਨੇ ਉਹਨਾਂ ਦੀ ਸਪੈਸ਼ਲ ਟ੍ਰੇਨਿੰਗ ਹੋਵੇ ਔਰ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਨੂੰ ਤਰਜੀਹ ਵੀ ਦਿੱਤੀ ਜਾਵੇ। ਉਹਨਾਂ ਨੂੰ ਤਰਜੀਹ ਦਿੱਤੀ ਜਾਵੇ, ਉਹਨਾਂ ਦੀ ਟ੍ਰੇਨਿੰਗ ਹੋਵੇ, ਉਹਨਾਂ ਦੀ ਓਰੀਐਂਟੇਸ਼ਨ ਹੋਵੇ ਔਰ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਖਾਸ ਵਿਸ਼ੇਸ਼ ਤੌਰ 'ਤੇ ਤੰਤੀ ਸਾਜ਼ਾਂ ਦੀ ਡਿਊਟੀ ਜਿਹੜੀ ਹੈ ਦਿੱਤੀ ਜਾਵੇ ਤਾਂ ਕਿ ਇਹ ਜਿਹੜਾ ਹੈ ਲਾਗੂ ਹੋ ਜਾਏ। ਇਸ ਦਾ ਇਹ ਸਾਡੀਆਂ ਸੀਮਾਵਾਂ ਨੇ ਕਿ ਸਾਡੀਆਂ ਜਿਹੜੀਆਂ ਸਿੱਖ ਮਿਸ਼ਨਰੀ ਸੰਸਥਾਵਾਂ ਨੇ, ਜਿਹੜੀਆਂ ਟ੍ਰੇਨਿੰਗ ਦੀਆਂ ਸੰਸਥਾਵਾਂ ਨੇ, ਉੱਥੇ ਅਸੀਂ ਇਹਨਾਂ ਨੂੰ ਇੰਪਲੀਮੈਂਟ ਨਹੀਂ ਕਰ ਸਕੇ। ਉੱਥੇ ਇੰਪਲੀਮੈਂਟ ਕਰਨਾ ਇਹਨਾਂ ਨੂੰ ਬੜਾ ਜ਼ਰੂਰੀ ਹੈ ਔਰ ਉਹਨਾਂ ਨੂੰ 4-5 ਸਾਲ ਉਹਨਾਂ ਨੂੰ ਸਿਖਾਇਆ ਜਾਏ ਕੀਰਤਨੀਆਂ ਨੂੰ ਔਰ ਫਿਰ ਉਹਨਾਂ ਨੂੰ ਅਭਿਆਸ ਕਰਵਾ ਕੇ ਵੱਖ-ਵੱਖ ਗੁਰੂ ਘਰਾਂ ਵਿੱਚ ਜਿੰਨੇ ਵੀ ਗੁਰੂ ਘਰ ਨੇ ਉੱਥੇ ਵੀ ਤੰਤੀ ਸਾਜ਼ ਲਾਗੂ ਹੋਣੇ ਚਾਹੀਦੇ ਨੇ। ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਕਰ ਵੀ ਰਹੀ ਹੈ, ਉਹਨਾਂ ਨੇ ਐਲਾਨ ਵੀ ਕੀਤੇ ਨੇ ਔਰ ਸੰਸਥਾਵਾਂ ਵੀ ਨੇ, ਜਿਵੇਂ ਪ੍ਰੋਫੈਸਰ ਕਰਤਾਰ ਸਿੰਘ ਜੀ ਦੀ ਸੰਸਥਾ ਹੈ, ਉੱਥੇ ਤੰਤੀ ਸਾਜ਼ ਸਿਖਾਏ ਜਾ ਰਹੇ ਨੇ। ਪਰ ਉਹਦੇ ਵਿੱਚ ਇਹ ਹੈ ਕਿ ਵੀ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਲਈ ਤੰਤੀ ਸਾਜ਼ ਦੇ ਉੱਤੇ ਵੀ ਮੁਹਾਰਤ ਚਾਹੀਦੀ ਹੈ, ਗਾਇਨ ਉੱਤੇ ਵੀ ਮੁਹਾਰਤ ਚਾਹੀਦੀ ਹੈ। ਦੋ ਕਿਸਮ ਦੀ ਖਾਸ ਤੌਰ 'ਤੇ ਮੁਹਾਰਤ ਚਾਹੀਦੀ ਹੈ, ਤਾਂ ਹੀ ਕੋਈ ਤੰਤੀ ਸਾਜ਼ ਉੱਤੇ ਕੀਰਤਨ ਕਰ ਸਕਦਾ ਔਰ ਬੜੀ ਵੱਡੀ ਸਾਧਨਾ ਦੀ ਜ਼ਰੂਰਤ ਹੈ। ਇਹ ਸੰਸਥਾਵਾਂ ਲੱਗੀਆਂ ਹੋਈਆਂ ਨੇ ਔਰ ਕਿੰਨਾ ਕੁ ਸਫਲ ਹੈ, ਕਿੰਨਾ ਕੁ ਹੈ, ਉਹ ਆਪੋ ਆਪਣੇ ਸਾਹਮਣੇ ਆ ਜਾਏਗਾ, ਪਰ ਐਫਰਟ ਜ਼ਰੂਰ ਹੋ ਰਹੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਪਾਸੇ ਐਫਰਟ ਕਰ ਰਹੀ ਹੈ ਔਰ ਹੋਰ ਐਫਰਟ ਹੋਣੇ ਚਾਹੀਦੇ ਨੇ। ਹੁਣ ਕਿਸੇ ਇੱਕ ਯੂਨੀਵਰਸਿਟੀ, ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਇਸ ਦਾ ਪ੍ਰਾਰੰਭ ਕੀਤਾ ਸੀ ਤਾਂ ਕੇਵਲ ਪੰਜਾਬੀ ਯੂਨੀਵਰਸਿਟੀ ਵਿੱਚ ਹੀ ਸੁਤੰਤਰ ਰੂਪ ਵਿੱਚ ਇਹਨੂੰ ਵਿਸ਼ੇ ਵਿੱਚ ਲਿਆ ਗਿਆ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਜਦੋਂ ਮੈਂ 93 ਵਿੱਚ ਉੱਥੇ ਹੈਡ ਡਿਪਾਰਟਮੈਂਟ ਆਫ ਮਿਊਜ਼ਿਕ ਸੀ ਤਾਂ ਉੱਥੇ ਅਸੀਂ 1/3 ਗੁਰਮਤਿ ਸੰਗੀਤ ਜਿਹੜਾ ਇੰਟਰੋਡਿਊਸ ਕੀਤਾ ਸੀ। ਉਦੋਂ ਸਾਡੇ ਵਾਈਸ ਚਾਂਸਲਰ ਗੁਰਦੀਪ ਸਿੰਘ ਰੰਧਾਵਾ ਸੀ। ਉਹਨਾਂ ਤੋਂ ਪਹਿਲਾਂ ਜਿਹੜਾ ਸਾਡਾ ਹੈ 1990 ਦੇ ਵਿੱਚ ਆਪਣਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਮੇਰੇ ਵੱਡੇ ਵੀਰ ਡਾਕਟਰ ਜਗੀਰ ਸਿੰਘ ਜੀ ਉਹ ਉੱਥੇ ਵਿਸ਼ਾਮਾਰ ਸੀਗੇ ਔਰ ਪ੍ਰਿੰਸੀਪਲ ਗੁਰਬਖਸ਼ ਸਿੰਘ ਜੀ ਸ਼ੇਰਗਿੱਲ ਉਹ ਉੱਥੇ ਚੇਅਰਮੈਨ ਸੀ ਔਰ ਅਸੀਂ ਇੱਕ ਸੈਮੀਨਾਰ ਕੀਤਾ ਸਰਦਾਰ ਮਲਕੀਤ ਸਿੰਘ ਜੰਡਿਆਲਾ ਔਰ ਮੇਰੇ ਮਿੱਤਰ ਜਗਦੀਪ ਸਿੰਘ ਜੀ, ਗੁਰਮਤਿ ਸੰਗੀਤ ਵਿਰਸਾ ਤੇ ਵਰਤਮਾਨ, ਚੰਡੀਗੜ੍ਹ। ਔਰ ਉੱਥੇ ਅਸੀਂ ਸਕੂਲ ਪੱਧਰ ਉੱਤੇ ਬੇਨਤੀ ਕੀਤੀ ਸ਼ੇਰਗਿੱਲ ਸਾਹਿਬ ਨੂੰ ਕਿ ਇਸ ਨੂੰ ਵਿਸ਼ੇ ਵਜੋਂ ਲਾਗੂ ਕਰੋ। ਤਾਂ 1990 ਵਿੱਚ ਗੁਰਮਤਿ ਸੰਗੀਤ ਦਾ ਵਿਸ਼ਾ ਸਕੂਲਾਂ ਵਿੱਚ 10+1 ਦੇ ਵਿੱਚ ਸਬਜੈਕਟ ਵਜੋਂ ਇੰਟਰੋਡਿਊਸ ਹੋ ਗਿਆ ਸੀ। 93 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ 1/3 ਸੰਗੀਤ ਵਿਸ਼ੇ ਵਿੱਚ ਅਸੀਂ ਗੁਰਮਤਿ ਸੰਗੀਤ ਇੰਟਰੋਡਿਊਸ ਕੀਤਾ। ਪਰ ਪੰਜਾਬੀ ਯੂਨੀਵਰਸਿਟੀ ਨੇ 2003 ਵਿੱਚ ਇਸ ਨੂੰ ਸੁਤੰਤਰ ਵਿਸ਼ੇ ਦੇ ਤੌਰ 'ਤੇ ਔਰ 2005 ਵਿੱਚ MA ਗੁਰਮਤਿ ਸੰਗੀਤ ਸਟਾਰਟ ਕਰਕੇ ਇੱਕ ਪਹਿਲ ਕਦਮੀ ਕੀਤੀ ਸੀ। ਤਾਂ ਪੰਜਾਬੀ ਯੂਨੀਵਰਸਿਟੀ ਨੇ ਜਿਹੜੀ ਇਹ ਪਹਿਲ ਕਦਮੀ ਕੀਤੀ ਉਸ ਵੇਲੇ ਦੀ ਬੜੀ ਵੱਡੀ ਗੱਲ ਸੀ। ਫਿਰ ਤੁਹਾਨੂੰ ਪਤਾ ਹੈ ਵਿਸਤਾਰ ਬਹੁਤ ਜ਼ਿਆਦਾ ਹੋ ਜਾਏਗਾ ਕਿ ਗੁਰਮਤਿ ਸੰਗੀਤ ਭਵਨ ਬਣਿਆ, ਅਖੰਡ ਕੀਰਤਨੀ ਜਥੇ ਵੱਲੋਂ ਭਾਈ ਰਣਧੀਰ ਸਿੰਘ ਆਨਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ ਬਣੀ, ਹੋਰ ਬਹੁਤ ਸੰਤ ਸੁੱਚਾ ਸਿੰਘ ਆਰਕਾਈਵਸ ਬਣਿਆ ਔਰ ਇਹ ਸਾਰੇ ਫਿਰ MA ਹੋਇਆ ਔਰ ਹਾਂ ਬੇਬੇ ਨਾਨਕੀ ਸੰਗੀਤ ਪਾਰਕ ਔਰ ਸਾਡੇ 27 ਦੇ ਕਰੀਬ ਵਿਦਿਆਰਥੀਆਂ ਨੇ ਗੁਰਮਤਿ ਸੰਗੀਤ ਵਿਸ਼ੇ ਵਿੱਚ PhD ਕੀਤੀ। ਠੀਕ ਹੈ। ਔਰ ਸਕੂਲਾਂ ਤੋਂ ਇਲਾਵਾ ਕਾਲਜਸ ਦੇ ਵਿੱਚ ਗੁਰਮਤਿ ਸੰਗੀਤ ਦਾ ਸਬਜੈਕਟ ਸ਼ੁਰੂ ਹੋ ਗਿਆ। ਆਨਲਾਈਨ ਗੁਰਮਤਿ ਸੰਗੀਤ ਦੀ BA ਸ਼ੁਰੂ ਹੋਈ, MA ਸ਼ੁਰੂ ਹੋਈ। ਇਹ ਸਾਰੇ ਕਾਰਜ ਅਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਕੀਤੇ। ਪਰ ਉਸ ਤੋਂ ਬਾਅਦ ਹੁਣ ਗਲੋਬਲ ਪੱਧਰ ਉੱਤੇ ਵੱਖ-ਵੱਖ ਜਿਹੜੇ ਜਿਵੇਂ ਹਫਸਾ ਯੂਨੀਵਰਸਿਟੀ ਹੈ ਉੱਥੇ ਚੇਅਰ ਆਫ ਸਿੱਖ ਮਿਊਜ਼ਿਕੋਲੋਜੀ ਬਣ ਗਈ। ਹੁਣ ਇਹ ਪਿੱਛੇ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਭਾਈ ਮਰਦਾਨਾ ਚੇਅਰ ਬਣਾਈ ਹੈ। ਇਸੇ ਤਰ੍ਹਾਂ ਹੀ GNI ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਕੈਨੇਡਾ ਨੇ ਗੁਰਮਤਿ ਸੰਗੀਤ ਦਾ ਡਿਪਲੋਮਾ ਸ਼ੁਰੂ ਕੀਤਾ ਔਰ ਦੇਸ਼ ਵਿਦੇਸ਼ ਦੇ ਗੁਰੂ ਘਰਾਂ ਵਿੱਚ ਗੁਰਮਤਿ ਸੰਗੀਤ ਦਾ ਜਿਹੜਾ ਪ੍ਰਚਾਰ ਪ੍ਰਸਾਰ ਹੋ ਗਿਆ ਔਰ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਹੋ ਰਿਹਾ। ਹੁਣ ਇਸ ਵੇਲੇ ਅਲੰਕਾਰ ਸਿੰਘ, ਡਾਕਟਰ ਅਲੰਕਾਰ ਸਿੰਘ ਖੁਦ ਬਹੁਤ ਅੱਛਾ ਕੀਰਤਨ ਕਰਦੇ ਨੇ ਔਰ ਮੇਰੇ ਵਿਦਿਆਰਥੀ ਵੀ ਨੇ, ਮੇਰੇ ਨਾਲ ਉਹਨਾਂ ਨੇ PhD ਕੀਤੀ ਹੈ ਔਰ ਮੇਰੇ ਗੁਰੂਦੇਵ ਪ੍ਰੋਫੈਸਰ ਤਾਰਾ ਸਿੰਘ ਜੀ ਦੇ ਉਹ ਵੀ ਵਿਦਿਆਰਥੀ ਰਹੇ ਨੇ, ਮੇਰੇ ਗੁਰਭਾਈ ਵੀ ਨੇ। ਇਹ ਸਾਰੇ ਲੋਕ ਅਸੀਂ ਗੁਰਮਤਿ ਸੰਗੀਤ ਦੀ ਸੇਵਾ ਵੱਲ ਲੱਗੇ ਹੋਏ ਹਾਂ ਔਰ ਆਉਣ ਵਾਲੇ ਸਮੇਂ ਸਾਨੂੰ ਆਸ ਹੈ ਕਿ ਹੋਰ ਵਿਕਾਸ ਹੋਏਗਾ ਔਰ ਅਕਾਦਮਿਕ ਤੌਰ 'ਤੇ ਵਿਕਾਸ ਹੋਏਗਾ।